ਇਕੱਠੇ ਹੋਣਾ ਪੈਣਾ ਹੈ, ਇੱਕ ਹੋਣਾ ਪੈਣਾ ਹੈ, ਤਦ ਹੀ ਤੁਸੀਂ ਈਵੀਐਮ ਕੀ ਆ। ਈਵੀਐਮ ਉਹ ਤੋਤਾ ਹੈ ਜਿਹਦੇ ਵਿੱਚ ਰਾਜਾ ਦੀ ਜਾਨ ਆ। ਇੰਨਾ ਫਰਾਡ ਈਵੀਐਮ ਦਾ ਹੋ ਰਿਹਾ, ਹਰ ਤਰੀਕੇ ਦਾ ਹੋ ਰਿਹਾ। ਇਟ ਇਜ਼ ਆਰ ਮੋਰਲ ਰਿਸਪੌਂਸਿਬਿਲਿਟੀ, ਡਿਊਟੀ। ਜੇ ਤੁਸੀਂ ਹੁਣ ਵੀ ਨਹੀਂ ਬੋਲੇ ਫਿਰ ਕੁੱਟ ਖਾਣ ਲਈ ਤਿਆਰ ਰਹੋ 2024। ਆਪੋਜੀਸ਼ਨ ਇਜ਼ ਰਿਸਪੌਂਸਿਬਲ, ਜਿਨ੍ਹਾਂ ਨੇ ਆਪਣਾ ਕੋਈ ਰੋਲ ਹੀ ਪਲੇ ਨਹੀਂ ਕੀਤਾ, ਜਿਨ੍ਹਾਂ ਨੇ ਸਵਾਲ ਹੀ ਨਹੀਂ ਕੀਤਾ। ਹੁਣ टाइम आ चुका है, वी विल नॉट कीप शट। ਅਸੀਂ ਆਪਣੀ ਆਵਾਜ਼ ਚੁੱਕਾਂਗੇ चाहे अंजाम कुछ भी होए। जो हम लोगों को, हमारे मुट्ठी भर साथियों ने जो ये आंदोलन शुरू किया है, ईवीएम हटाओ संयुक्त मोर्चा ने, उसको जैसा रिस्पांस पूरे देश में मिल रहा है, देश की जनता 95% से ज़्यादा जनता जागरूक हो चुकी है। जो स्टेट कैपिटल्स हैं वहाँ पे परमानेंट प्रोटेस्ट लगेंगे। हम लोग किसी भी हालत में किसी भी कीमत पे चुनाव जो है ईवीएम से नहीं होने देंगे, पेपर बैलेट से ही चुनाव होगा। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਈਵੀਐਮ ਮਸ਼ੀਨਾਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਕਿ ਈਵੀਐਮ ਦੇ ਨਾਲ ਹੀ ਸਰਕਾਰਾਂ ਬਣ ਜਾਂਦੀਆਂ ਨੇ। ਕਈ ਤਰ੍ਹਾਂ ਦੇ ਵਿਰੋਧੀਆਂ ਦੇ ਵੀ ਸਵਾਲ ਨੇ, ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਇਸੇ ਨੂੰ ਲੈ ਕੇ ਹੀ ਸਵਾਲ ਖੜੇ ਕੀਤੇ ਜਾਂਦੇ ਨੇ। ਪਰ ਹੁਣ ਇੱਕ ਨਵਾਂ ਮੰਚ ਬਣਿਆ ਹੈ, ਕੁਝ ਲੋਕ ਇਹਦੇ ਵਿੱਚ ਜੁੜ ਗਏ ਨੇ ਜਿਹੜੇ ਈਵੀਐਮ ਦੇ ਵਿਰੋਧ ਦੇ ਵਿੱਚ ਨੇ ਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਨੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਵੱਲੋਂ ਜਾਗਰੂਕਤਾ ਕੈਂਪ ਲਾਏ ਜਾ ਰਹੇ ਨੇ, ਸੈਮੀਨਾਰ ਕੀਤੇ ਜਾ ਰਹੇ ਨੇ ਤੇ ਹੁਣ ਇਸੇ ਟੀਮ ਨੇ ਹੀ ਇੱਕ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਪਹੁੰਚੀ ਸੀ ਇਹ ਟੀਮ, ਜਿਹਦੇ ਵਿੱਚ ਡਾਕਟਰ ਰਿਤੂ ਸਿੰਘ ਵੀ ਅਗਵਾਈ ਕਰ ਰਹੇ ਨੇ ਤੇ ਇੱਕ ਐਡਵੋਕੇਟ ਨੇ ਸੀਨੀਅਰ, ਉਹ ਅਗਵਾਈ ਕਰ ਰਹੇ ਨੇ। ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਜਿਹੜੇ ਈਵੀਐਮ ਸਟੋਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਸਟੋਰ ਕਰਕੇ ਰੱਖੀਆਂ ਜਾਂਦੀਆਂ ਨੇ, ਗੋਦਾਮ ਹੁੰਦੇ ਨੇ, ਉਹਨਾਂ ਦੇ ਬਾਹਰ ਪੱਕੇ ਧਰਨੇ ਲਾਵਾਂਗੇ ਤੇ ਜਿਹੜੇ ਚੋਣ ਅਧਿਕਾਰੀ ਹੁੰਦੇ ਨੇ ਉਹਨਾਂ ਦਾ ਵੀ ਵਿਰੋਧ ਕਰਾਂਗੇ। ਉਹਨਾਂ ਦੇ ਦਫ਼ਤਰਾਂ ਦੇ ਬਾਹਰ ਵੀ ਪੱਕੇ ਮੋਰਚੇ ਲਾਵਾਂਗੇ ਤੇ ਇਹਨਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਦਾ ਸਹਿਯੋਗ ਵੀ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਆਪਣੇ ਦੁਸ਼ਮਣ ਤੋਂ ਵੀ ਜਦ ਤੁਸੀਂ ਕੋਈ ਚੀਜ਼ ਸਿੱਖਣੀ ਹੈ ਨਾ, ਉਹ ਸਿੱਖ ਸਕਦੇ ਹੋ। ਲਰਨ ਦੀ ਲੈਸਨ ਫਰਮ them, ਹਾਊ ਦੇ ਆਰ ਲਿਟਰਲੀ ਸਪੋਇਲਿੰਗ, ਔਰ ਤੁਹਾਡੇ ਲੋਕਾਂ ਨੂੰ ਕਿੱਦਾਂ ਖਰੀਦ ਰਹੀ ਹੈ। ਇਹ ਲੈਸਨ ਸਿੱਖਣ ਦੀ ਜ਼ਰੂਰਤ ਹੈ। ਔਰ ਅੱਜ ਜੋ ਇੰਡੀਆ ਦਾ ਅਲਾਈਅੰਸ ਹੋਇਆ, ਜੋ ਵੀ ਹੋਇਆ, ਮੈਨੂੰ ਲੱਗਦਾ ਆਈ ਡੋਂਟ ਨੋ ਕਿੰਨਾ ਕੁ ਉਹ ਕੰਮ ਕਰੂਗਾ, ਬਟ ਅੱਜ ਸਾਰਿਆਂ ਨੂੰ ਆਪਣੇ ਪੋਲੀਟੀਕਲ ਏਜੰਡਾ ਪਿੱਛੇ ਛੱਡ ਕੇ, ਹਿਡਨ ਮੋਟਿਵਸ ਪਿੱਛੇ ਛੱਡ ਕੇ ਭਾਰਤ ਨੂੰ, ਆਪਣੇ ਦੇਸ਼ ਨੂੰ, ਆਪਣੀ ਆਵਾਮ ਨੂੰ ਬਚਾਉਣ ਲਈ ਇਕੱਠੇ ਹੋਣਾ ਪੈਣਾ ਹੈ, ਇੱਕ ਹੋਣਾ ਪੈਣਾ ਹੈ, ਤਦ ਹੀ ਤੁਸੀਂ ਈਵੀਐਮ ਕੀ ਆ। ਈਵੀਐਮ ਉਹ ਤੋਤਾ ਹੈ ਜਿਹਦੇ ਵਿੱਚ ਰਾਜਾ ਦੀ ਜਾਨ ਆ। ਬਿਕੋਜ਼ ਜੇ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਕੋਲ ਜੇ ਕੋਈ ਟੂਲ ਆ, ਜੇ ਤੁਹਾਡੇ ਕੋਲ ਪੈਸਾ ਤੰਤਰ ਆ, ਤੁਸੀਂ ਇਸਤੇਮਾਲ ਨਹੀਂ ਕਰੋਗੇ। ਇਫ ਯੂ ਹੈਵ ਪਾਵਰ, ਯੂ ਨੋ ਦੈਟ ਕਿ ਤੁਹਾਡਾ ਆਪੋਜੀਸ਼ਨ ਇੰਨਾ ਸਟਰੋਂਗ ਹੀ ਨਹੀਂ ਹੈ। ਸੋ ਦੇ ਹੈਵ ਪਾਵਰ, ਦੇ ਹੈਵ ਦ ਟੂਲ ਵਿਚ ਇਜ਼ ਈਵੀਐਮ, ਦੇ ਆਰ ਯੂਜ਼ਿੰਗ ਇਟ ਅਗੇਂਸਟ ਅਸ। ਜਿੱਥੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇੰਨਾ ਫਰਾਡ ਈਵੀਐਮ ਦਾ ਹੋ ਰਿਹਾ, ਹਰ ਤਰੀਕੇ ਦਾ ਹੋ ਰਿਹਾ। ਇਟ ਇਜ਼ ਆਰ ਮੋਰਲ ਰਿਸਪੌਂਸਿਬਿਲਿਟੀ, ਡਿਊਟੀ। ਜੇ ਤੁਸੀਂ ਹੁਣ ਵੀ ਨਹੀਂ ਬੋਲੇ ਫਿਰ ਕੁੱਟ ਖਾਣ ਲਈ ਤਿਆਰ ਰਹੋ 2024। ਫਿਰ ਤਾਂ ਕੁਝ ਨਹੀਂ ਰਹਿਣਾ। ਸਹੀ ਨਹੀਂ ਕਰ ਰਿਹਾ, ਬਿਲਕੁਲ ਨਹੀਂ। ਜੇ ਕੀਤਾ ਹੁੰਦਾ ਤੇ ਅੱਜ ਅਸੀਂ ਸੜਕਾਂ ਤੇ ਨਹੀਂ ਹੁੰਦੇ। ਯੂਥ ਆਪੋਜੀਸ਼ਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕੀਤਾ ਹੀ ਨਹੀਂ। ਜੇ ਲੇਕਿਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੇ ਕਹਿੰਦੇ ਬਹੁਤ ਸਫਲ ਹੋਈ ਸੀ। ਦੇਖੀਏ, ਅਸੀਂ ਰਾਹੁਲ ਗਾਂਧੀ ਦੇ ਅਗੇਂਸਟ ਨਹੀਂ ਆ। ਰਾਹੁਲ ਗਾਂਧੀ ਜਿਵੇਂ ਅਸੀਂ ਆ ਇਦਾਂ ਹੀ ਰਾਹੁਲ ਗਾਂਧੀ ਆ, ਬਟ ਮਿਲ ਕੇ ਕੰਮ ਕਰਨਾ ਪੈਣਾ ਹੈ। ਤੁਸੀਂ 85% ਜਿਹੜੀ ਜਨਤਾ, ਜਿਹਦੇ ਵਿੱਚ SC ST OBC ਮਿਨੋਰਿਟੀ 'ਚ ਸਿੱਖ ਆ ਗਏ, ਮੁਸਲਮਾਨ ਆ ਗਏ, ਅਦਰ ਜੈਨਸ ਆ ਗਏ, ਜੈਨੀਜ਼ ਆ ਗਏ, ਬੋਧੀਜ਼ ਆ ਗਏ, ਯੂ ਕੈਨ ਨੋਟ ਇਗਨੋਰ them ਬਿਕੋਜ਼ ਕਾਂਗਰਸ ਵਿੱਚ ਵੀ ਦ ਲੀਡਿੰਗ ਪੀਪਲ RSS ਵਾਲੇ ਹੀ ਨੇ। RSS ਇੱਕ ਐਸੀ ਜੜ ਹੈ, ਐਸੀ ਚੀਜ਼ ਹੈ, ਉਹ ਹਰ ਇੱਕ 'ਚ ਹੈ, ਉਹ ਚਲਾਉਂਦੀ ਹੈ। ਤੁਹਾਨੂੰ ਦੇਖਣਾ ਪੈਣਾ ਕਿ ਬੁਨਿਆਦ ਕਿੱਥੇ ਹੈ। ਯੂ ਨੀਡ ਟੂ ਟੱਚ ਦੈਟ। ਜੇ ਤੁਸੀਂ ਉਹ ਟੱਚ ਨਹੀਂ ਕੀਤੀ ਤੇ ਫਿਰ ਐਵਰੀਥਿੰਗ ਬਕਵਾਸ ਹੈ, ਸਭ ਸਾਰੀ ਚੀਜ਼ਾਂ ਝੂਠਾਂ। ਤੇ ਰਾਹੁਲ ਗਾਂਧੀ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ। ਆਈ ਡੋਂਟ ਨੋ ਉਹਨਾਂ ਦੇ ਸਟ੍ਰੈਟੇਜਿਸਟ ਕੀ ਨੇ, ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ। ਜਦ ਤੱਕ ਤੁਸੀਂ ਮੂਲ 85 ਜਿਹੜੇ ਸ਼ੋਸ਼ਿਤ ਵਰਗ ਹੈ ਉਹਨਾਂ ਦੇ ਨਾਲ ਇਕੱਠੇ ਹੋ ਕੇ ਸਰਕਾਰ ਤਾਂ ਬਣਾਉਣ ਵਾਲੇ ਅਸੀਂ ਆ ਯਾਰ, ਹੋਰ ਕੌਣ ਬਣਾ ਰਿਹਾ ਸਰਕਾਰ? ਉਹ ਤਾਂ 3% ਹੈ, ਬਾਹਮਣ ਕਿੰਨੇ ਪਰਸੈਂਟ ਹੈ? 3%। ਵੀ ਡੋਂਟ ਹੇਟ them, ਵੀ ਆਰ ਸੇਇੰਗ ਕਿ ਡੂ ਕਾਸਟ ਸੈਂਸਸ ਕਰੋ, ਜਿਹਦਾ ਪ੍ਰੋਪਰ ਹੱਕ ਹੈਗਾ ਲੈ ਜਾਓ ਯਾਰ। ਸਾਰੇ ਸੰਸਾਧਨ ਉਹਨਾਂ ਕੋਲ। ਆਕਸਫੈਮ ਦੀ ਰਿਪੋਰਟ ਕਹਿੰਦੀ ਆ ਕਿ ਇਸ ਭਾਰਤ 'ਚ ਖਾਲੀ 20 ਲੋਕ 20% ਨਹੀਂ, ਓਨਲੀ 20 ਪੀਪਲ ਜਿਨ੍ਹਾਂ ਕੋਲ ਇੰਡੀਆ ਦੀ 90% ਵੈਲਥ ਹੈ। ਹੂ ਇਜ਼ ਰਿਸਪੌਂਸਿਬਲ? We are responsible as citizens. Opposition is responsible, ਜਿਨ੍ਹਾਂ ਨੇ ਆਪਣਾ ਕੋਈ ਰੋਲ ਹੀ ਪਲੇ ਨਹੀਂ ਕੀਤਾ, ਜਿਨ੍ਹਾਂ ਨੇ ਸਵਾਲ ਹੀ ਨਹੀਂ ਕੀਤਾ। ਹੁਣ टाइम आ चुका है, वी विल नॉट कीप शट। ਅਸੀਂ ਆਪਣੀ ਆਵਾਜ਼ ਚੁੱਕਾਂਗੇ ਚਾਹੇ ਅੰਜਾਮ ਕੁਝ ਵੀ ਹੋਏ। ਸਿਸਟਮ ਨੂੰ ਕਿਵੇਂ ਸਹੀ ਕੀਤਾ ਜਾਵੇਗਾ? ਸੜਕਾਂ ਤੇ ਆ ਕੇ ਸਰ, no court is going to give you justice. कोई कोर्ट, कोई अदालत काम नहीं करूगी। एवरीथिंग इज बीइंग मोबिलाइज्ड बाय दी RSS। हर एक जगह ते उन्होंने लोग बैठे ने, हर एक जगह मैनिपुलेट RSS कर रही है। जज वही बोलेगा जो RSS मोहन भागवत कहूगा, जो जंडियाला कहूगा, जो नागपुर कहूगा। बट दिस इज द टाइम कहते जब तुसी सड़कें सुनसान नहीं रहनी चाहिए, जब संसद आवारा हो जाती है। लोहिया जी का कोट
ਤੁਹਾਡਾ ਹੁਣ ਸੰਸਦ ਅਵਾਰਾ ਹੋ ਗਈ ਹੈ 141 ਐਮਪੀਜ਼ ਨੂੰ ਸਸਪੈਂਡ ਕਰਤਾ ਰੀਸੈਂਟਲੀ ਤੁਸੀਂ ਦੇਖਿਆ ਕਿ ਆਵਾਜ਼ ਚੁੱਕਣ ਲਈ ਕਿਉਂਕਿ 3 ਬਿੱਲ ਪਾਸ ਕਰਨੇ ਸੀ ਸੋ ਇਟ ਇਜ਼ ਦ ਸੋਲ ਰਿਸਪੌਂਸਿਬਿਲਿਟੀ ਆਫ ਦ ਸਿਟੀਜ਼ਨਸ ਅਸੀਂ ਡੈਮੋਕ੍ਰੇਸੀ ਕੀ ਕਹਿ ਰਹੀ ਹੈ ਡੈਮੋਕ੍ਰੇਸੀ मतलब लोकतंत्र मतलब लोगों का राज जिथे प्रजा ते कोल सब तो ज़्यादा ताकत है ते जब तुहानू पता चल गया कि जेड़े बैठे उत्थे 303 बीजेपी 303 राइट 303 आवारा हो गए सब गुंडागर्दी कर रहे हैं क्रिमिनल्स आर देयर सो तुहाडा फर्ज बनता सड़क ते आके इन्नी भर दो सड़कां कि इन्हां दी जेड़ा तख्ता ना इदां पलट हो जाए एनो असी कर सकते हैं बट मी बीइंग अ गर्ल फ्रॉम सिख कम्युनिटी मैं प्राउडली वाउच कर सकती हाँ कि इहो जी शख्सियतां जेड़े बाबा राजा सिंह जी वर्गे जेड़े 13 महीने दिल्ली दे बॉर्डरां ते बह के आक मोदी नूं झुकाया सीगा नाउ टाइम हैज़ अगेन कम सानू सारिਆਂ ਨੂੰ ਆਪਣੇ ਮੁੱਦਿਆਂ ਨੂੰ ਕੋਲੈਬੋਰੇਟ करके एक होना पैना है अपने अंदरों जाति दी नफरत खत्म करनी पैनी ये डॉक्टर रितु सिंह एक सिंघनी है और एक सिंघनी की तरह ही एक जंग लड़ रही हैं इनको झूठे दस्तावेज़ों के साथ आरएसएस और बीजेपी के लोगों ने दिल्ली यूनिवर्सिटी की एक सबसे अच्छे कॉलेज से निकाला झूठे दस्तावेज़ बना के तब इन्होंने ये फैसला किया कि मैं सिख धर्म की मानने वाली हूँ मैं सिंघनी हूँ मैं अपना न्याय नहीं पूरे देश के ऐसे लाखों प्रोफेसर्स को जिनको नौकरियों से निकाला गया है जिनकी नौकरियां छीन ली गई हैं आरएसएस और बीजेपी द्वारा को सबको नौकरियां दिलवाऊंगी और सभी छात्र जो एक यूनिवर्सिटी में नहीं दिल्ली यूनिवर्सिटी में नहीं बल्कि पूरे देश की सारी यूनिवर्सिटीज़ में पढ़ते हैं जिनकी हकमारी होकर लाखों छात्रों की हकमारी हो गई उनको वापस उनका न्याय दिलवाऊंगी ये लड़ाई लड़ने के लिए जो इन्होंने ये बीड़ा उठाया उसमें हम सब इनके साथ हैं और इसीलिए 6 तारीख को आने वाली 6 फरवरी को सुबह 10 बजे से जहां इस लड़ाई का बिगुल बजा था 4 नंबर गेट दिल्ली यूनिवर्सिटी की आर्ट फैकल्टी से 6 तारीख को सुबह 10 बजे 6 फरवरी सुबह 10 बजे 4 नंबर गेट दिल्ली यूनिवर्सिटी के आर्ट फैकल्टी वो आंदोलन जो अब 155 दिन से ज़्यादा से चल रहा है वो एक सबसे बड़े रूप में 6 तारीख को नज़र आएगा और फिर हम लोग वहाँ से न्याय लेके ही उठेंगे ऐसा हम सब लोग इसी चीज़ के लिए हम इजाज़त लेने ताकत लेने आज यहाँ अकाल तख्त साहब आए ਇੱਕ ਈਵੀਐਮ ਦਾ ਮੁੱਦਾ ਜਿਹੜਾ ਚੁੱਕਿਆ ਆਇਆ ਤੁਸੀਂ ਉਹਦੇ ਜੀ। ਵਾਸਤੇ ਕੀ ਕਹਿਣਾ ਚਾਹੋਗੇ देखिए ईवीएम का मुद्दा भी अगर एक ईवीएम का मुद्दा ही सुलझ जाए अगर चुनाव ईवीएम से ना हो जो देश की जनता ने अब तय कर लिया तो ऐसी बेईमान सरकारें आएंगी नहीं। बाबा साहब डॉक्टर भीमराव अम्बेडकर ने जो संविधान के ज़रिए से सभी धर्मों के लोगों को अपना धर्म पालन करने की पूरी आज़ादी दी है सभी गरीबों को अपना न्याय यानी कि खुशहाली भरा न्याय हासिल करने का जो रास्ता दिखाया है उसको आज की तारीख में पिछले 10 सालों से ईवीएम के ज़रिए से छीन लिया गया। बाबा साहब के संविधान ने क्या किया है कि इस देश के एक एक नागरिक को इस देश का मालिक यानी राजा बनाया और वो कैसे एक वोट का अधिकार देके सबको। अब अगर ये एक वोट का अधिकार ही छीन लिया जाएगा और धोखाधड़ी से राजा जो है धोखाधड़ी से हथिया लेगा राजा की गद्दी जनता से छीन के तो आप समझ सकते हैं सबका जो खालिस न्याय का जो कॉन्सेप्ट हमारे संविधान में दिया है सबके लिए वो तो चला जाएगा ना। और लुटेरे झूठे धोखेबाज कब्ज़ा कर लेंगे गद्दी पे भारत की गद्दी पे। ऐसा भारत देश की जनता नहीं होने देगी। चुनाव सिर्फ़ और सिर्फ पेपर बैलेट से होंगे ऐसा देश की जनता ने ठान लिया है। जैसा रिस्पांस हमें मिल रहा है जो हम लोगों को हमारे मुट्ठी भर साथियों ने जो आंदोलन शुरू किया है ईवीएम हटाओ संयुक्त मोर्चा ने उसको जैसा रिस्पांस पूरे देश में मिल रहा है देश की जनता 95% से ज़्यादा जनता जागरूक हो चुकी है। वो ईवीएम से चुनाव नहीं होने देगी पेपर बैलेट से चुनाव होंगे। उसके लिए हर एक रिटर्निंग ऑफिसर जहाँ भी लोकसभा का चुनाव होने के रिटर्निंग ऑफिसर्स बैठते हैं वो डीएम होते हैं या कलेक्टर होते हैं उनके सबके ऑफिस के बाहर प्रोटेस्ट लगाए जाएंगे जैसा CNRC का प्रोटेस्ट लगे थे परमानेंट। और जो स्टेट के अंदर जहाँ जहाँ भी ईवीएम मशीनें गोडाउन है जहाँ पे वहाँ पे प्रोटेस्ट लगेंगे परमानेंट प्रोटेस्ट। और जो स्टेट कैपिटल्स हैं वहाँ पे परमानेंट प्रोटेस्ट लगेंगे। हम लोग किसी भी हालत में किसी भी कीमत पे चुनाव जो है ईवीएम से नहीं होने देंगे पेपर बैलेट से ही चुनाव होगा। और पंजाब जो देश को रास्ता दिखाता आया है हर जगह से तो वो रास्ता दिखाएगा देश को पेपर बैलेट से चुनाव
करवा कर भी कोई कानूनी अड़चन नहीं है। चुनाव सस्ते होते हैं, चुनाव जल्दी होते हैं, चुनाव सुरक्षित होते हैं पेपर के माध्यम से। तो दो इशू हैं, दोनों पंजाब से कनेक्टेड है। एक ਦੱਸ ਦੇਈਏ ਕਿ ਸਾਡੇ ਦੇਸ਼ ਦੇ ਵਿੱਚ ਈਵੀਐਮ ਦੇ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਨੇ। ਛੋਟੀ ਤੋਂ ਲੈ ਕੇ ਵੱਡੀ ਜਿੰਨੀ ਵੀ ਚੋਣ ਹੁੰਦੀ ਹੈ ਸਾਰੀ ਈਵੀਐਮ ਦੇ ਨਾਲ ਹੀ ਹੋ ਰਹੀ ਹੈ। ਜਦ ਕਿ ਈਵੀਐਮ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਈਵੀਐਮ ਨੂੰ ਹੈਕ ਕੀਤਾ ਜਾ ਸਕਦਾ ਹੈ, ਈਵੀਐਮ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਭਾਜਪਾ ਈਵੀਐਮ ਦੇ ਨਾਲ ਹੀ ਜਿੱਤਦੀ ਹੈ। ਤੇ ਹੁਣ ਤਾਂ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਗਈਆਂ ਨੇ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਈਵੀਐਮ ਇੱਕ ਤੋਤੇ ਦੀ ਤਰ੍ਹਾਂ ਹੈ ਕਿ ਭਾਜਪਾ ਦੀ ਜਾਨ ਉਹਦੇ ਵਿੱਚ ਆ। ਈਵੀਐਮ ਹਟਾ ਦਿਓ ਤਾਂ ਭਾਜਪਾ ਦੇਸ਼ ਦੇ ਵਿੱਚ ਸਰਕਾਰ ਨਹੀਂ ਬਣਾ ਸਕੇਗੀ। ਪਰ ਈਵੀਐਮ ਨੂੰ ਲੈ ਕੇ ਜਿੰਨੇ ਸਵਾਲ ਨੇ ਉਹਦੇ ਬਾਰੇ ਸਰਕਾਰ ਨੂੰ ਵੀ ਸਪਸ਼ਟੀਕਰਨ ਕਰਨਾ ਚਾਹੀਦਾ ਹੈ। ਭਾਜਪਾ ਨੂੰ ਖਾਸ ਤੌਰ ਦੇ ਉੱਤੇ ਸੈਮੀਨਾਰ ਲਗਾ ਕੇ ਜਾਂ ਲੋਕਾਂ ਨੂੰ ਜਾਗਰੂਕਤਾ ਵਾਸਤੇ ਕੋਈ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਈਵੀਐਮ ਦੇ ਵਿੱਚ ਕੋਈ ਘਪਲਾ ਨਹੀਂ, ਜੇ ਘਪਲਾ ਹੈ ਤਾਂ ਉਹ ਫਿਰ ਸਾਹਮਣੇ ਲਿਆਉਣਾ ਚਾਹੀਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी वेख रहे हो D5 चैनल पंजाबी, जिहड़ा लॉन्च हो चुका है हुण कैनेडा विच।